Hello student, good morning. Today we are doing the discussion of the character sketch and the theme of this novel, All My Sons. Hope you are hope you will listen on this character sketch. Endeavor. Endeavor is a daughter of Steve Dever, who is a partner of Joy Keller. Hello, Hanji. Anne is the daughter of a Steve Dever, partner of Joy Keller. ਜੋ ਸਟੀਵ ਦੀ ਡਾਟਰ ਹੈ ਅਤੇ ਜੋ ਸਟੀਵ ਹੈ ਉਹ ਜੋਏ ਕਿਲਰ ਦਾ ਪਾਰਟਨਰ ਹੈ। ਹੀ ਇਜ਼ 26. ਹੀ ਇਜ਼ ਵੈਰੀ ਜੈਂਟਲ ਡਿਸਪਾਈਟ ਹਰ ਜੈਂਟਲਨੈਸ ਸ਼ੀ ਇਜ਼ ਕੈਪੇਬਲ ਆਫ ਹੋਲਡਿੰਗ ਫਾਸਟ ਟੂ ਵਟ ਸ਼ੀ ਨੋਸ ਇਟ ਮੀਨਸ ਇਜ਼ ਦੈਟ ਉਹਦੇ ਵਿੱਚ ਜੈਂਟਲ ਹੋਣ ਦੇ ਬਾਵਜੂਦ ਵੀ ਉਸ ਅੰਦਰ ਇੰਨੀ ਕੰਪੈਸਿਟੀ ਹੈ ਜੋ ਵੀ ਕੁਛ ਉਹ ਜਾਣਦੀ ਹੈ ਉਹਨੂੰ ਹੋਲਡ ਕਰਕੇ ਰੱਖਦੀ ਹੈ। ਸਾਈਲੈਂਟ ਰਹਿੰਦੀ ਹੈ। ਸ਼ੀ ਇਜ਼ ਵੈਰੀ ਚਾਰਮਿੰਗ ਐਂਡ ਇੰਟੈਲੀਜੈਂਟ ਬਹੁਤ ਸੋਹਣੀ ਅਤੇ ਇੰਟੈਲੀਜੈਂਟ ਹੈ, ਸੁੰਦਰ ਹੈ। ਵੀ ਕੈਨ ਸੇ ਦੈਟ ਐਂਡੀਵਰ ਇਜ਼ ਦੀ ਫੀਮੇਲ ਕਾਊਂਟਰ ਪਾਰਟ ਆਫ ਕ੍ਰਿਸ਼। ਜੋ ਕ੍ਰਿਸ਼ ਸੀਗਾ ਲੋਰੀ ਦਾ ਬ੍ਰਦਰ ਔਰ ਜੋਏ ਕਿਲਰ ਦਾ ਬੇਟਾ ਸੀਗਾ। ਜੋ ਐਨ ਸੀਗੀ ਉਹ ਕ੍ਰਿਸ਼ ਦੀ ਕੀ ਸੀਗੀ, ਗਰਲਫ੍ਰੈਂਡ ਸੀਗੀ। ਬਿਕੋਜ਼ ਸ਼ੀ ਲਵਸ ਹਰ। ਸ਼ੀ ਬਿਲੀਵਸ ਇਨ ਹਾਈ ਪ੍ਰਿੰਸੀਪਲਸ ਉੱਚੇ ਹਾਈ ਲੈਵਲ ਦੇ ਪ੍ਰਿੰਸੀਪਲ ਦੇ ਵਿੱਚ ਬਿਲੀਵ ਕਰਦੀ ਹੈ। When her father was tried in court for supplying defective cylinders to the Air Force, she sympathizes with him. ਜਦੋਂ ਉਸਨੂੰ ਪਤਾ ਚੱਲਦਾ ਕਿ ਮੇਰੇ ਪਿਤਾ ਨੇ ਡਿਫੈਕਟਿਵ ਸਿਲੰਡਰ ਸਪਲਾਈ ਕੀਤੇ ਨੇ ਏਅਰ ਫੋਰਸ ਨੂੰ ਤਾਂ ਉਹਦੇ ਨਾਲ ਹਮਦਰਦੀ ਜਤਾਉਂਦੀ ਹੈ ਫਸਟ ਟਾਈਮ। ਬਟ when he was found guilty and sentenced to a long imprisonment, ਜਦੋਂ ਉਸਨੂੰ ਪਤਾ ਚੱਲਦਾ ਹੈ ਉਹ ਗਿਲਟੀ ਪਾਇਆ ਜਾਂਦਾ ਹੈ, ਉਹਨੂੰ ਲੰਬੇ ਸਮੇਂ ਦੀ ਜੇਲ੍ਹ ਹੋ ਜਾਂਦੀ ਹੈ। ਸ਼ੀ ਫੈਲਟ ਡੀਪਲੀ ਸ਼ੌਕਡ, ਉਹਨੂੰ ਬਹੁਤ ਸਦਮਾ ਲੱਗਦਾ। ਸ਼ੀ ਕੱਟ ਆਫ ਆਲ ਕਨੈਕਸ਼ਨਸ ਵਿਦ ਹਿਮ, ਉਹ ਤੋਂ ਸਾਰੇ ਕਨੈਕਸ਼ਨ ਕੱਟ ਆਫ ਕਰ ਲੈਂਦੀ ਹੈ ਜੋ ਵੀ ਆਪਣੇ ਫਾਦਰ ਦੇ ਰਿਲੇਸ਼ਨ ਸੀਗੇ। ਸ਼ੀ ਡਿਡੰਟ ਈਵਨ ਗੋ ਟੂ ਜੇਲ ਟੂ ਸੀ ਹਿਮ, ਉਹਨੂੰ ਜੇਲ੍ਹ ਦੇ ਵਿੱਚ ਵੀ ਦੇਖਣ ਨਹੀਂ ਜਾਂਦੀ। ਸ਼ੀ ਡਿਡ ਨੋਟ ਈਵਨ ਸੈਂਡ ਹਿਮ ਆ ਕ੍ਰਿਸਮਸ ਕਾਰਡ। ਕ੍ਰਿਸਮਸ ਜੋ ਮੈਂ ਫੋਰਨਰ ਦੇ ਵਿੱਚ ਜਾਂ ਲੰਡਨ 'ਚ ਜਾਂ ਕੈਨੇਡਾ 'ਚ ਜਿਸ ਵੀ ਮਤਲਬ ਕ੍ਰਿਸਮਸ ਜੋ ਹੈ ਬਹੁਤ ਅੱਛੇ ਤਰੀਕੇ ਨਾਲ ਸੈਲੀਬਰੇਟ ਕੀਤੀ ਜਾਂਦੀ ਹੈ, ਉਹ ਆਪਣੇ ਫਾਦਰ ਨੂੰ ਕ੍ਰਿਸਮਸ ਕਾਰਡ ਵੀ ਨਹੀਂ ਸੈਂਡ ਕਰਦੀ। ਸ਼ੀ ਲੁੱਕਡ ਅਪਨ ਹਰ ਫਾਦਰ ਐਜ਼ ਅ ਮਰਡਰ, ਉਹਨੂੰ ਇੱਕ ਹਥਿਆਰਾ ਸਮਝਦੀ ਹੈ। ਹੂ ਵਾਜ਼ ਰਿਸਪੋਂਸੀਬਲ ਫਾਰ ਸੈਂਡਿੰਗ 21 ਪਾਇਲਟਸ ਟੂ ਡੈਥ ਫਾਰ ਅਰਨਿੰਗ ਈਜ਼ੀ ਮਨੀ। ਇਟ ਮੀਨਸ ਇਜ਼ ਦੈਟ ਕਿ ਮੇਰਾ ਫਾਦਰ ਹੈ ਜੋ 21 ਜੰਗ ਪਾਇਲਟਸ ਦੀ ਮੌਤ ਦਾ ਜ਼ਿੰਮੇਵਾਰ ਹੈ ਕਿਉਂਕਿ ਉਸਨੇ ਈਜੀ ਤਰੀਕੇ ਦੇ ਨਾਲ ਮਨੀ ਨੂੰ ਅਰਨ ਕਰਨ ਬਾਰੇ ਸੋਚਿਆ। ਸ਼ੀ ਵਾਜ਼ ਜੈਨੂਅਸ ਲਵ ਫਾਰ ਕ੍ਰਿਸ਼ ਲਈ ਉਹਦਾ ਬਹੁਤ ਅੱਛਾ ਪਿਆਰ ਹੈ। ਸ਼ੀ ਫੀਲਸ ਰਿਲੈਕਸਡ ਇਨ ਹਿਜ਼ ਪ੍ਰੀਸੈਂਸ, ਉਹਦੀ ਮੌਜੂਦਗੀ 'ਚ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੀ ਹੈ। ਬਿਕੋਜ਼ ਹੀ ਇਜ਼ ਆਲਵੇਜ਼ ਹੋਨੈਸਟ, ਕਿਉਂਕਿ ਉਹ ਹਮੇਸ਼ਾ ਇਮਾਨਦਾਰ ਰਹਿੰਦਾ ਹੈ। ਈਵਨ ਵੈਨ ਜੋਏ ਕਿਲਰ ਐਡਮਿਟ ਹਿਜ਼ ਗਿਲਟ ਐਂਡ ਜੋਰਜ ਅਕਿਊਜ਼ਸ ਹਿਮ ਟੂ ਡਿਸਟਰਾਏ ਦੀ ਡੀਵਰ ਫੈਮਿਲੀ। ਜਦੋਂ ਜੋਏ ਕਿਲਰ ਐਡਮਿਟ ਆਪਣਾ ਦੋਸ਼ ਦੱਸਦਾ ਹੈ ਤਾਂ ਜੋਰਜ ਜਿਹੜਾ ਹੈਗਾ ਸੀ ਐਨ ਦਾ ਬ੍ਰਦਰ, ਉਹਦੇ ਉੱਤੇ ਆਪਣਾ ਦੋਸ਼ ਲਗਾਉਂਦਾ ਹੈ ਕਿ ਇਹਨੇ ਸਾਡੀ ਡੀਵਰ ਫੈਮਿਲੀ ਨੂੰ ਪੂਰੀ ਤਰ੍ਹਾਂ ਡਿਸਟਰਾਏ ਕੀਤਾ ਹੈ। ਸ਼ੀ ਰਿਮੇਨਸ ਅਟੈਚਡ ਟੂ ਕ੍ਰਿਸ਼, ਫਿਰ ਵੀ ਉਹ ਕ੍ਰਿਸ਼ ਦੇ ਨਾਲ ਅਟੈਚ ਰਹਿੰਦੀ ਹੈ। ਜੋਰਜ ਆਸਕਸ ਹਰ ਟੂ ਰਿਫਿਊਜ਼ ਟੂ ਮੈਰੀ ਕ੍ਰਿਸ਼ ਹੂ ਬਿਲੋਂਗਸ ਟੂ ਕਿਲਰ ਫੈਮਿਲੀ। ਜੋਰਜ ਐਨ ਨੂੰ ਕਹਿੰਦੇ ਕਿ ਤੂੰ ਮੈਰਿਜ ਕਰਵਾਉਣ ਤੋਂ ਮਨਾ ਕਰ ਦੇ ਕਿਉਂਕਿ ਜੋ ਕ੍ਰਿਸ਼ ਹੈ ਉਹ ਕੈਲਰ ਫੈਮਿਲੀ ਦੇ ਵਿੱਚੋਂ ਹੀ ਬਿਲੋਂਗ ਕਰਦਾ ਹੈ। ਹਾਂਜੀ, ਕੀ ਕਹਿੰਦੇ ਕਿ ਤੂੰ ਰਿਫਿਊਜ਼ ਕਰ ਦੇ ਮੈਰਿਜ ਕਰਵਾਉਣ ਤੋਂ। ਐਨ ਡਿਕਲਾਈਨ ਟੂ ਡੂ, ਸ਼ੀ ਡਜ਼ਨਟ ਬਲੇਮ ਕ੍ਰਿਸ਼ ਫਾਰ ਦੀ ਕ੍ਰਾਈਮ ਐਂਡ ਵਾਂਟਸ ਟੂ ਮੈਰੀ ਹਿਮ। ਉੱਥੇ ਹੀ ਖੜੀ ਰਹਿੰਦੀ ਹੈ, ਉਹ ਕ੍ਰਿਸ਼ 'ਤੇ ਕੋਈ ਬਲੇਮ ਨਹੀਂ ਲਗਾਉਂਦੀ ਇਸ ਕ੍ਰਾਈਮ ਦਾ ਅਤੇ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਸ਼ੀ ਵਾਜ ਐਕਚੁਅਲੀ ਲੋਰੀਜ਼ ਗਰਲ, ਅਸਲ ਦੇ ਵਿੱਚੋਂ ਲੋਰੀ ਦੇ ਮੰਗੇਤਰ ਸੀ। ਬਟ ਲੋਰੀ ਇਜ਼ ਰਿਪੋਰਟਡ ਡੈਟ, ਲੋਰੀ ਦੀ ਜੋ ਰਿਪੋਰਟ ਮਿਲ ਰਹੀ ਹੈ ਕਿ ਉਹ ਮਰ ਚੁੱਕੇ ਹੈ। ਐਂਡ ਹੀ ਹੈਜ਼ ਬੀਨ ਮਿਸਿੰਗ ਫਾਰ ਦੀ ਲਾਸਟ 3.5 years, ਉਹ ਪਿਛਲੇ 3.5 ਸਾਲ ਤੋਂ ਗਾਇਬ ਹੈ। ਸ਼ੀ ਕਮ ਟੂ ਦੀ ਕੈਲਰ ਫੈਮਿਲੀ ਟੂ ਮੈਰੀ ਕ੍ਰਿਸ਼, ਉਹ ਕ੍ਰਿਸ਼ ਦੇ ਘਰ ਕਿਉਂ ਆਉਂਦੀ ਹੈ, ਕੈਲਰ ਫੈਮਿਲੀ ਦੇ ਕਿਉਂ ਆਉਂਦੀ ਹੈ ਕਿਉਂਕਿ ਉਹ ਕ੍ਰਿਸ਼ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਸ਼ੀ ਇਜ਼ ਅ ਪ੍ਰੈਕਟੀਕਲ ਵੂਮੈਨ, ਉਹ ਆਪਣੇ ਆਪ ਨੂੰ ਪ੍ਰੈਕਟੀਕਲ ਬਣਾ ਕੇ ਰੱਖਦੀ ਹੈ। ਸ਼ੀ ਵਾਜ਼ ਅੰਗੇਜਡ ਟੂ ਮੈਰਿਡ ਟੂ ਲੋਰੀ, ਉਹਦੀ ਜੋ ਲੋਰੀ ਸੀਗਾ ਕ੍ਰਿਸ਼ ਦਾ ਬ੍ਰਦਰ,
ਉਹਦੇ ਨਾਲ ਉਹਦੀ ਅੰਗੇਜਮੈਂਟ ਹੋਈ ਹੁੰਦੀ ਹੈ ਵਿਆਹ ਦੇ ਲਈ। ਵੈਨ ਸ਼ੀ ਕਮਸ ਟੂ ਨੋ ਦੈਟ ਲੋਰੀਜ਼ ਡੈਥ ਸ਼ੀ ਡਿਡਨਟ ਲਾਈਕ ਟੂ ਕਲਿੰਗ ਟੂ ਹਿਜ਼ ਮੈਮਰੀ ਲਾਈਕ ਅ ਸੈਂਟੀਮੈਂਟਲ ਫੂਲ। ਜਦੋਂ ਉਸਨੂੰ ਪਤਾ ਚੱਲਦਾ ਹੈ ਕਿ ਲੋਰ ਦੀ ਡੈਥ ਹੋ ਚੁੱਕੀ ਹੈ, ਉਹ ਪਾਗਲਾਂ ਦੀ ਤਰ੍ਹਾਂ ਉਹਦੀ ਯਾਦ ਦੇ ਵਿੱਚ ਫੂਲ ਨਹੀਂ ਹੁੰਦੀ ਹੈਗੀ। ਸੈਂਟੀਮੈਂਟਲ ਮਤਲਬ ਭਾਵੁਕ ਨਹੀਂ ਹੁੰਦੀ ਹੈਗੀ ਮੂਰਖਾਂ ਵਾਂਗੂ। ਸ਼ੀ ਸਟਾਰਟਡ ਲਵਿੰਗ ਕ੍ਰਿਸ਼। ਉਹਨੇ ਕ੍ਰਿਸ਼ ਨੂੰ ਲਵ ਕਰਨਾ ਸ਼ੁਰੂ ਕਰਤਾ। ਉਹਨੂੰ ਸੀਗਾ ਕਿ ਜੇ ਮੈਂ ਲੋਰੀ ਨਾਲ ਵਿਆਹ ਨਹੀਂ ਕਰਵਾ ਸਕਦੀ ਇਟ ਮੀਨਸ ਮੈਂ ਕ੍ਰਿਸ਼ ਨਾਲ ਵਿਆਹ ਕਰਵਾ ਸਕਦੀ ਹਾਂ। ਸ਼ੀ ਐਡਮਿਟਸ ਦੀ ਆਈਡਲਿਜ਼ਮ ਆਫ ਕ੍ਰਿਸ਼ but she doesn't agree with him when he says that all the comforts of life are like loot and there is blood on them. It means ਉਹ ਕ੍ਰਿਸ਼ ਨੂੰ ਕੀ ਐਡਮਿਟ ਕਰਦੀ ਹੈ ਆਦਰਸ਼ਵਾਦੀ ਬਾਰੇ, ਆਈਡਲਿਜ਼ਮ ਬਾਰੇ, ਬਟ ਉਹ ਐਗਰੀ ਨਹੀਂ ਹੁੰਦੀ ਹੈਗੀ ਜਦੋਂ ਉਹ ਕੀ ਕਹਿੰਦੇ ਕਿ ਸਾਨੂੰ ਜ਼ਿੰਦਗੀ ਦੀਆਂ ਕੰਫਰਟੇਬਲ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ, ਜਾਂ ਉਹ ਲੂਟ ਕਰਕੇ ਲਈਆਂ ਹੋਣ ਜਾਂ ਉਹ ਬਲੱਡ ਰਿਲੇਸ਼ਨ ਦੇ ਨਾਲ ਮਿਲੀਆਂ ਹੋਣ। She plainly tells him that he must not feel that way. ਉਹ ਕ੍ਰਿਸ਼ ਨੂੰ ਕਹਿੰਦੀ ਹੈ ਕਿ ਤੂੰ ਇਸ ਤਰੀਕੇ ਨਾਲ ਨਾ ਫੀਲ ਕਰ। She reminds him that he has a right to whatever he has. ਉਹਨੂੰ ਰਿਮਾਈਂਡ ਕਰਵਾਉਂਦੀ ਹੈ ਕਿ ਜੋ ਵੀ ਉਹਦੇ ਕੋਲ ਕੁਛ ਹੈ ਬਟ he has ਉਹ ਰਾਈਟ ਹੈ। When Krish feels unhappy about the money earned by his father, she tells him that there is nothing wrong in that money. ਜਦੋਂ ਕ੍ਰਿਸ਼ ਅਨਹੈਪੀ ਹੁੰਦਾ ਜੋ ਮਨੀ ਉਹਦੇ ਫਾਦਰ ਨੇ ਕਮਾਈ ਸੀਗੀ, ਕਿਉਂਕਿ ਫਾਦਰ ਨੇ ਡਿਸਹੋਨੈਸਟ ਮੈਥਡ ਦੇ ਨਾਲ ਕਮਾਈ ਸੀਗੀ, ਫੇਅਰ ਐਂਡ ਫਾਊਲ ਮੀਨਸ ਨਾਲ ਕਮਾਈ ਸੀਗੀ, ਬਟ ਉਹ ਕੀ ਕਹਿੰਦੀ ਹੈ ਕਿ ਇਸ ਪੈਸੇ ਦੇ ਵਿੱਚ ਕੁਝ ਵੀ ਗਲਤ ਨਹੀਂ। ਹੀ ਸ਼ੁੱਡ ਫੀਲ ਪ੍ਰਾਊਡ ਦੈਟ ਹਿਜ਼ ਫਾਦਰ ਪੁੱਟ 100 ਆਫ ਪਲਾਨਸ ਇਨ ਦੀ ਈਅਰ। ਉਹ ਕੀ ਕਹਿੰਦੀ ਹੈ ਕਿ ਤੈਨੂੰ ਸਗੋਂ ਖੁਸ਼ ਹੋਣਾ ਚਾਹੀਦਾ ਹੈ ਕਿ ਤੇਰੇ ਫਾਦਰ ਇੱਕੋ ਟਾਈਮ 'ਤੇ ਇੰਨੇ 100 ਪਲਾਨਸ ਨੇ ਜੋ ਖਰੀਦ ਸਕਦੇ। ਕੈਟ ਵਾਂਟਸ ਦੈਟ Anna to wait for the arrival of Laurie Anna to marry Krish। ਜੋ ਕ੍ਰਿਸ਼ ਦੀ ਮਦਰ ਕੈਟ ਸੀਗੀ ਉਹ ਚਾਹੁੰਦੀ ਹੈ ਕਿ ਐਨ ਲੌਰੀ ਦੇ ਆਉਣ ਦਾ ਇੰਤਜ਼ਾਰ ਕਰੇ, ਕ੍ਰਿਸ਼ ਨਾਲ ਵਿਆਹ ਨਾ ਕਰਵਾਵੇ। ਐਨ ਸ਼ੋਜ਼ ਕੈਟਾ ਦੀ ਲੈਟਰਸ ਫਰੋਮ ਲੌਰੀ who had knowingly committed suicide because of his father's slander scandal. It means ਐਨਾ ਦੇ ਕੋਲ ਜੋ ਲੈਟਰ ਲੌਰੀ ਵੱਲੋਂ ਸੈਂਡ ਕੀਤਾ ਗਿਆ ਸੀ ਜਦੋਂ ਉਸਨੇ ਸੁਸਾਈਡ ਕੀਤਾ ਆਪਣੇ ਆਪ ਨੂੰ, ਤਾਂ ਉਸਨੇ ਇੱਕ ਲੈਟਰ ਸੈਂਡ ਕੀਤਾ ਸੀਗਾ। ਕੀ ਸੀਗਾ ਉਹਦੇ ਵਿੱਚ ਕਿ ਮੈਂ ਆਪਣੇ ਫਾਦਰ ਦੇ ਸਿਲੰਡਰ ਘੁਟਾਲੇ ਕਰਕੇ ਆਪਣੇ ਆਪ ਨੂੰ ਸੁਸਾਈਡ ਕਰ ਰਿਹਾ। ਤਾਂ ਉਹ ਲੈਟਰ ਕੈਟ ਨੂੰ ਦਿਖਾ ਦਿੰਦੀ ਹੈ ਐਨ ਹੈਜ਼ ਐਨ ਇੰਪੋਰਟੈਂਟ ਰੋਲ ਇਨ ਦੀ ਪਲੇ। ਸ਼ੀ ਰਿਵੀਲਜ਼ ਜੋਇਸ ਗਿਲਟ। ਇੰਪੋਰਟੈਂਟ ਕਰੈਕਟਰ ਹੈ, ਉਹ ਜੋਏ ਦੇ ਗਿਲਟ ਨੂੰ ਰਿਵੀਲ ਕਰਦੀ ਹੈ। ਦੀ ਐਕਸ਼ਨ ਆਫ ਦੀ ਪਲੇ ਪਿਕਸ ਅਪ ਸਪੀਡ ਵੈਨ ਸ਼ੀ ਕਮਸ ਟੂ ਦੀ ਕੈਲਰ ਹੋਮ। ਜਿੰਨੇ ਵੀ ਪਲੇ ਦੇ ਵਿੱਚ ਐਕਸ਼ਨ ਹੁੰਦੇ ਨੇ ਬਹੁਤ ਸਪੀਡ ਪਕੜ ਲੈਂਦੇ ਨੇ ਜਦੋਂ ਉਹ ਕੈਲਰ ਦੇ ਘਰ ਆਉਂਦੀ ਹੈ। ਕਦੋਂ ਆਉਂਦੀ ਹੈ? ਜੋਰਜ ਦੇ ਆਉਣ ਤੋਂ ਪਹਿਲਾਂ। ਉਹ ਕ੍ਰਿਸ਼ ਨੂੰ ਕਹਿੰਦੇ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ। ਸੈਕਿੰਡਲੀ ਸ਼ੀ ਕਨਵਿੰਸ ਕੈਟ ਦੈਟ ਦੀ ਡੈਥ ਆਫ ਲੌਰੀ ਬਾਈ ਸ਼ੋਇੰਗ ਹਿਜ਼ ਲੈਟਰ। ਸੈਕਿੰਡ ਕੀ ਕਹਿੰਦੀ ਹੈ ਸਾਰੇ ਨਾਵਲ ਦੇ ਵਿੱਚ ਜੋ ਕੈਟ ਸੀਗੀ ਲੌਰੀ ਦੀ ਮਦਰ, ਉਹਨੂੰ ਬਿਲੀਵ ਹੁੰਦਾ ਕਿ ਲੌਰੀ ਇੱਕ ਦਿਨ ਵਾਪਸ ਆਊਗਾ, ਬਟ ਉਹ ਕੈਟ ਨੂੰ ਕਨਵਿੰਸ ਕਰਦੀ ਹੈ ਕਿ ਤੂੰ ਇਹ ਗੱਲ ਮੰਨ ਲੈ ਕਿ ਲੌਰੀ ਦੀ ਡੈਥ ਹੋ ਚੁੱਕੀ ਹੈ। ਕੀ ਕਰਕੇ? ਉਹਦੇ ਕੋਲ ਜੋ ਲੈਟਰ ਹੁੰਦਾ ਉਹਨੂੰ ਸ਼ੋਅ ਕਰ ਦਿੰਦੇ ਆ। ਦੀ ਲੈਟਰ ਫਰੋਮ ਲੌਰੀ ਕਲੀਅਰਸ ਦੀ ਡੈਕ ਫਾਰ ਹਰ ਮੈਰਿਜ ਵਿਦ ਕ੍ਰਿਸ਼। ਇਟ ਮੀਨਸ ਇਜ਼ ਦੈਟ ਜੋ ਲੈਟਰ ਜੋ ਚਿੱਠੀ ਲੌਰੀ ਦੇ ਵੱਲੋਂ ਸੈਂਡ ਕੀਤੀ ਜਾਂਦੀ ਹੈ ਉਹ ਸਾਫ਼ ਕਲੀਅਰ ਕਰ ਦਿੰਦੀ ਹੈ ਕਿ ਮੈਂ ਹੁਣ ਕ੍ਰਿਸ਼ ਦੇ ਨਾਲ ਵਿਆਹ ਕਰਵਾ ਸਕਦੀ ਹਾਂ। ਹਾਂਜੀ ਬੇਟਾ, ਇਹ ਐਨ ਡੇਵਰ ਜੋ ਸਟੀਵ ਡੇਵਰ ਦੀ ਬੇਟੀ ਜੋਰਜ ਦੀ ਸਿਸਟਰ ਸੀ ਦਾ ਕਰੈਕਟਰ ਸੀਗਾ। ਇਸ ਨੂੰ ਲਰਨ ਕਰੋ ਚੰਗੇ ਤਰੀਕੇ ਨਾਲ, ਰੀਡ ਕਰੋ 2-3 ਵਾਰ। ਆਫਟਰ ਦਿਸ ਯੂ ਕੈਨ ਲਰਨ ਦਿਸ। ਨਾਓ ਵੀ ਆਰ ਰੀਡਿੰਗ ਦੀ ਥੀਮ। ਥੀਮ is an important question of this novel. So we will discuss of this. What is the theme of the play? All my songs. So many question ਇਹਦੇ ਬਣ ਸਕਦੇ ਨੇ ਰਾਜੇ, ਤੁਸੀਂ ਆਪਣੀ ਬੁੱਕ ਦੇ ਉੱਤੋਂ ਦੇਖਿਓ ਕਿ ਉਹ ਇਸ ਨੂੰ ਥੀਮ ਕੀ ਹੈ, ਕੀ ਐਪਰੋਪਰੀਏਟ ਟਾਈਟਲ ਹੈ, ਟਾਈਟਲ ਵੀ ਇਹਦੇ ਵਿੱਚ ਹੀ ਡੀਲ ਹੁੰਦਾ ਹੈ, ਜਾਂ ਇਹਦੇ ਵਿੱਚ ਫੈਮਿਲੀ ਰਿਲੇਸ਼ਨ ਕਿਵੇਂ ਡੀਲ ਕੀਤੇ ਗਏ ਨੇ। ਸੋ ਮੈਨੀ ਕੁਐਸਚਨ ਇਸ ਕੁਐਸਚਨ ਤੋਂ ਕ੍ਰੀਏਟ ਹੋਣਗੇ। ਸੋ ਯੂ ਵਿਲ ਪ੍ਰੀਪੇਅਰ ਓਨਲੀ 1 ਕੁਐਸਚਨ। ਵਟ ਇਜ਼ ਦੀ ਥੀਮ ਆਫ ਦੀ ਨਾਵਲ?
page number 61. You can open page number 61. What is the theme of the novel? Listen me attentively. The play is based on the theme that there is a lot of difference between social ethics and business ethics. जो प्ले है पूरा प्ले किस चीज़ ਦੇ ਉੱਤੇ ਬੇਸਡ ਹੈ ਕਿ ਫੈਮਿਲੀ ਐਥਿਕ ਦੇ ਵਿੱਚ, ਸੋਸ਼ਲ ਐਥਿਕ ਦੇ ਵਿੱਚ, ਬਿਜ਼ਨਸ ਐਥਿਕ ਦੇ ਵਿੱਚ ਕੀ ਹੈ ਬਹੁਤ ਜ਼ਿਆਦਾ ਫਰਕ ਦਿਖਾਇਆ ਗਿਆ। ਐਥਿਕਸ ਕੀ ਹੁੰਦੇ ਨੇ ਜੀ? ਅਸੂਲ ਜਾਂ ਨੀਚਾ। ਬਿਜ਼ਨਸਮੈਨ ਆਰ ਯੂਜ਼ਲੀ ਕਰਪਟ। ਜਿੰਨੇ ਵੀ ਦੁਨੀਆ ਦੇ ਉੱਤੇ ਬਿਜ਼ਨਸਮੈਨ ਪਾਏ ਗਏ ਨੇ ਉਹਨਾਂ ਨੂੰ ਕਰਪਟ ਦੱਸਿਆ ਗਿਆ। ਐਂਡ they want to earn money by fair and foul means। fair and foul means ਮਤਲਬ ਚੰਗੇ ਤੇ ਗਲਤ ਤਰੀਕੇ ਦੇ ਨਾਲ ਮਨੀ ਨੂੰ ਅਰਨ ਕਰਨਾ, ਕਮਾਉਣਾ। ਜੋਏ ਕੇਲਰ ਜੋ ਹੈ is a modern businessman। the only purpose of his life is to earn money। ਜ਼ਿੰਦਗੀ ਦਾ ਇੱਕੋ ਇੱਕ ਮਕਸਦ ਪੈਸੇ ਕਮਾਉਣਾ ਹੈ। he puts his family interest above everything else। ਪਰਿਵਾਰ ਤੋਂ ਉੱਪਰ ਉਸ ਲਈ ਕੁਛ ਵੀ ਨਹੀਂ ਹੈ। ਉਹ ਕਿਸੇ ਵੀ ਚੀਜ਼ ਤੋਂ ਉੱਪਰ ਨਹੀਂ ਉੱਠ ਸਕਦਾ। ਕਿਹਦੇ ਕਰਕੇ? ਫੈਮਿਲੀ ਇੰਟਰਸਟ ਕਰਕੇ। ਹੀ ਸਪਲਾਈਡ ਡਿਫੈਕਟਿਵ ਸਿਲੰਡਰ ਹੈਜ਼ ਟੂ ਦੀ ਏਅਰ ਫੋਰਸ। ਉਹ ਏਅਰ ਫੋਰਸ ਨੂੰ ਸਿਲੰਡਰ ਏਅਰ ਫੋਰਸ ਨੂੰ ਸਪਲਾਈ ਕਰਦਾ। ਹਾਂਜੀ ਬੇਟੇ, ਉਹ ਜਦੋਂ ਅਰਜੈਂਟਲੀ ਨੀਡ ਪੈ ਜਾਂਦੀ ਹੈ ਏਅਰ ਫੋਰਸ ਨੂੰ ਤਾਂ ਉਹ ਅਰਜੈਂਟਲੀ ਜੋ ਸਿਲੰਡਰ ਨੇ ਸਪਲਾਈ ਕਰਦੇ ਕਰਪਟ ਤਰੀਕੇ ਨਾਲ। ਐਂਡ ਹੀ ਵਾਜ਼ ਅਵੇਅਰ ਦੈਟ ਹੀ ਵਾਜ਼ ਇੰਡੈਂਜਰਿੰਗ ਹਿਊਮਨ ਲਾਈਫਸ ਬਾਈ ਡੂਇੰਗ ਸੋ। ਉਹ ਇਸ ਗੱਲ ਤੋਂ ਵੀ ਅਵੇਅਰ ਹੈ ਕਿ ਐਵੇਂ ਕਰਕੇ ਮੈਂ ਮਨੁੱਖਤਾ ਨੂੰ ਕੀ ਕਰ ਰਿਹਾ? ਡੇਂਜਰ ਦੇ ਵਿੱਚ ਪਾ ਰਿਹਾ। ਹੀ ਨੋ ਦੈਟ ਦੀ ਏਅਰ ਫੋਰਸ ਨੀਡ ਸਿਲੰਡਰ ਹੈਡਸ ਅਰਜੈਂਟਲੀ। ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਏਅਰ ਫੋਰਸ ਨੂੰ ਅਰਜੈਂਟਲੀ ਨੀਡ ਪੈ ਜਾਂਦੀ ਹੈ ਸਿਲੰਡਰ ਦੀ। ਇਫ ਹੀ ਡਿਡ ਨਾਟ ਮੀਟ ਦੇਅਰ ਡਿਮਾਂਡ ਦੇ ਵੁੱਡ ਕੈਂਸਲ ਦੀ ਆਰਡਰਸ। ਉਸ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੇ ਮੈਂ ਆਰਮੀ ਅਥੋਰਟੀ ਦੀ ਨੀਡਸ ਨੂੰ ਆਰਡਰ ਨੂੰ ਕੈਂਸਲ ਕਰਦਾ ਤਾਂ ਮੇਰਾ ਜਿਹੜਾ ਬਿਜ਼ਨਸ ਹੈ ਉਹ ਕੀ ਕਰੂਗਾ? ਸਫਰ ਕਰੂਗਾ। Thus his business would suffer, so he gave instruction to his business partner। ਇਸ ਤਰ੍ਹਾਂ ਉਹ ਆਪਣੇ ਬਿਜ਼ਨਸ ਪਾਰਟਨਰ ਸਟੀਵ ਡੇਵਰ ਨੂੰ ਇੰਸਟਰਕਸ਼ਨ ਦਿੰਦਾ ਹੈ ਕਿਸ ਚੀਜ਼ ਦੀ? ਟੂ ਰਿਪੇਅਰ ਦੀ ਕਰੈਕਸ ਐਂਡ ਸਪਲਾਈ ਦੈਮ। ਕਿ ਇਹ ਕਰੈਕ ਨੇ ਜੋ ਸਿਲੰਡਰ ਦੇ ਲੀਕੇਜ ਉਹਨੂੰ ਰਿਪੇਅਰ ਕਰਵਾ ਦਿਓ ਅਤੇ ਇਹਨਾਂ ਨੂੰ ਸਪਲਾਈ ਕਰ ਦਿਓ। ਹੀ ਐਸ਼ੋਰਡ ਹਿਜ਼ ਪਾਰਟਨਰ ਔਨ ਟੈਲੀਫੋਨ ਦੈਟ ਹੀ ਵੁੱਡ ਟੇਕ ਫੁੱਲ ਰਿਸਪੋਂਸੀਬਿਲਿਟੀ ਫਾਰ ਦੀ ਸਪਲਾਈ ਆਫ ਸਿਲੰਡਰਸ। ਇਟ ਮੀਨਸ ਉਹ ਫੋਨ ਦੇ ਉੱਤੇ ਪੂਰੀ ਰਿਸਪੋਂਸੀਬਿਲਿਟੀ ਲੈਂਦਾ ਕਿ ਜੋ ਵੀ ਕੁਛ ਹੋਊਗਾ ਸਾਰੀ ਜ਼ਿੰਮੇਵਾਰੀ ਮੇਰੀ ਹੋਊਗੀ। ਫੋਨ ਦੇ ਉੱਤੇ ਉਹ ਸਟੀਵ ਡੇਵਰ ਦੇ ਨਾਲ ਗੱਲਬਾਤ ਕਰਦਾ। ਦੀ ਪਲਾਨਸ ਕ੍ਰਾਸ਼ਡ ਬਿਕੋਜ਼ ਆਫ ਥੀਸ ਡਿਫੈਕਟਿਵ ਸਿਲੰਡਰਸ। ਜੋ ਜਹਾਜ਼ ਸੀਗੇ ਡਿਫੈਕਟਿਵ ਸਿਲੰਡਰਾਂ ਕਰਕੇ ਕਰੈਸ਼ ਹੋ ਜਾਂਦੇ ਨੇ। ਜੋਏ ਐਂਡ ਸਟੀਵ ਵਰ ਅਰੈਸਟਡ ਐਂਡ ਟ੍ਰਾਈਡ। ਜੋਏ ਅਤੇ ਸਟੀਵ ਨੂੰ ਅਰੈਸਟ ਕੀਤਾ ਜਾਂਦਾ ਅਤੇ ਜੋਏ ਪੁੱਟ ਆਲ ਦੀ ਬਲੇਮ ਔਨ ਸਟੀਵ ਦੇ ਉੱਤੇ ਸਾਰਾ ਦੋਸ਼ ਲਗਾ ਦਿੰਦੇ। ਹੀ ਡਿਨਾਈਡ ਹੈਵਿੰਗ ਗਿਵਨ ਐਨ ਇੰਸਟਰਕਸ਼ਨ ਟੂ ਹਿਜ਼ ਪਾਰਟਨਰ ਔਨ ਟੈਲੀਫੋਨ। ਉਹ ਇਸ ਗੱਲ ਦਾ ਵੀ ਡਿਨਾਈ ਕਰ ਦਿੰਦਾ ਕਿ ਮੈਨੇ ਆਪਣੇ ਪਾਰਟਨਰ ਨੂੰ ਫੋਨ ਦੇ ਉੱਤੇ ਕੋਈ ਵੀ ਇੰਸਟਰਕਸ਼ਨ ਨਹੀਂ ਦਿੱਤੀਆਂ। ਸਟੀਵ ਵਾਜ਼ ਸੈਂਟ ਟੂ ਜੇਲ ਐਂਡ ਜੋਏ ਵਾਜ਼ ਰਿਲੀਜ਼ਡ। ਸਟੀਵ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਅਤੇ ਜੋਏ ਬਚ ਜਾਂਦਾ, ਜੇਲ੍ਹ ਤੋਂ ਮੁਕਤ ਹੋ ਜਾਂਦਾ। ਜੋਏ ਬਿਕਮ ਮੋਰ ਪ੍ਰੋਸਪਰਸ ਬਾਈ ਐਕਸਟੈਂਡਿੰਗ ਹਿਜ਼ ਬਿਜ਼ਨਸ। ਆਪਣੇ ਬਿਜ਼ਨਸ ਨੂੰ ਵਧਾ ਕੇ ਜੋ ਜੋਏ ਹੈ ਪ੍ਰੋਸਪਰ ਮਤਲਬ ਹੋਰ ਵੀ ਅਮੀਰ ਬਣ ਜਾਂਦਾ। ਹੀ ਫੈਲਟ ਨੈਦਰ ਐਨੀ ਸੋਸ਼ਲ ਰਿਸਪੋਂਸੀਬਿਲਿਟੀਜ਼ ਨੋਰ ਐਨੀ ਫੀਲਿੰਗਸ ਆਫ ਹਿਜ਼ ਪਾਰਟਨਰ। ਨਾ ਹੀ ਤਾਂ ਉਸਨੇ ਸੋਸ਼ਲ ਦੀ ਕੋਈ ਰਿਸਪੋਂਸੀਬਿਲਿਟੀ ਸਮਝੀ, ਨਾ ਹੀ ਆਪਣੇ ਪਾਰਟਨਰ ਸਟੀਵ ਦੇ ਬਾਰੇ ਕੁਛ ਵੀ ਸੋਚਿਆ। ਸਟੀਵ ਹੈਡ ਨੋ ਰਿਟਨ ਪ੍ਰੂਫ ਇਨ ਹਿਜ਼ ਫੇਵਰ। ਆਪਣੇ ਫੇਵਰ ਦੇ ਵਿੱਚ ਉਹਦੇ ਕੋਲ ਕੋਈ ਵੀ ਰਿਟਨ ਪ੍ਰੂਫ ਨਹੀਂ ਹੁੰਦਾ। ਸੋ ਵੀ ਸ਼ੁੱਡ ਹੈਵ ਰਿਟਨ ਪ੍ਰੂਫ ਟੂ escape from court। So
The court realized Joy killer and sentenced Steve to a long term of imprisonment. ਲੰਬੇ ਸਮੇਂ ਲਈ ਜੇਲ੍ਹ ਹੋ ਜਾਂਦੀ ਹੈ, ਜੋਏ ਬਚ ਜਾਂਦਾ ਹੈ। ਲੇਟਰ ਜੋਏ ਬਿਲਟ ਅਪ ਹਿਜ਼ ਬਿਜ਼ਨਸ ਐਂਡ ਬੀਕਮ ਰਿਚਰ, ਆਪਣਾ ਬਿਜ਼ਨਸ ਬਣਾ ਲੈਂਦਾ ਅਤੇ ਅਮੀਰ ਬਣ ਜਾਂਦਾ ਹੈ। ਐਂਡ ਹਾਂਜੀ, then Joy's elder son Laurie learned about his father's guilt in the slander scandals. He committed suicide. He was a pilot in the Air Force. He sent a letter to the welfare of his fiancée. ਜੋ ਜੋਏ ਦਾ ਵੱਡਾ ਬੇਟਾ ਸੀਗਾ, ਜਦੋਂ ਉਸਨੂੰ ਆਪਣੇ ਫਾਦਰ ਦੇ ਦੋਸ਼ ਬਾਰੇ ਪਤਾ ਚੱਲਦਾ ਹੈ ਤਾਂ ਉਹ ਆਪਣਾ ਸੁਸਾਈਡ ਕਰ ਲੈਂਦਾ ਹੈ, ਜੋ ਇੱਕ ਪਾਇਲਟ ਹੁੰਦਾ ਹੈ ਏਅਰ ਫੋਰਸ 'ਚ। ਹੀ ਸੈਂਟ ਅ ਲੈਟਰ ਟੂ ਫੇਅਰਵੈਲ ਟੂ ਹਿਸ ਫਿਆਂਸੀ, ਉਹ ਆਪਣੀ ਮੰਗੇਤਰ ਨੂੰ ਇੱਕ ਵਿਦਾਇਗੀ ਲੈਟਰ ਭੇਜਦਾ ਹੈ। ਐਂਡ ਈਵਰ ਨੂੰ ਕ੍ਰਿਸ਼ ਜੋਏ ਸੈਕਿੰਡ ਸਨ ਆਲਸੋ ਬਲੇਮਡ ਹਿਸ ਫਾਦਰ, ਉਹ ਵੀ ਆਪਣੇ ਫਾਦਰ ਨੂੰ ਬਲੇਮ ਕਰਦੇ। ਐਂਡ ਹੀ ਸੈਡ ਦੈਟ ਹੀ ਵਾਜ਼ worse than an animal and a mass murder, ਉਹ ਆਪਣੇ ਫਾਦਰ ਨੂੰ ਇੱਕ ਜਾਨਵਰ ਤੋਂ ਵੀ ਬੁਰਾ ਦੱਸਦਾ ਹੈ ਅਤੇ ਮਾਸ ਮਰਡਰ ਕਹਿੰਦਾ ਹੈ। ਹੀ ਕ੍ਰਿਟੀਸਾਈਜ਼